अगला सवाल जो है ਉਹਦੇ ਵਿੱਚ सवाल बड़ा छोटा जिहा पर ਉਹਦਾ अर्थ बड़ा डूंघा है। सवाल पुछण वाले पुछदे जी कई अनमति सानू ये सवाल करते हैं भी ਜਿਹੜੇ ਤੁਸੀਂ 5 ਕਕਾਰ ਧਾਰਨ ਕਰਦੇ ਹੋ ਇਹ ਵੀ ਦਿਖਾਵਾ ਭਾਵ ਬਾਹਰੀ ਦਿਖਾਵੇ ਲਈ ਹੈ ਜਾਂ ਕੋਈ ਇਹ ਵੀ ਭੇਖ ਦੀ ਧਾਰਨ ਕਰਨਾ ਤਾਂ ਨਹੀਂਗਾ। तो खैर हर एक मनुख ਨੂੰ पूरी आज़ादी है कि वो अपनी गल कवे। तो इस तरह ਜਿਹੜੇ ਦੂਸਰੇ ਕੋਈ ਸਾਡੇ ਵੀਰ ਭੈਣਾਂ ਨੇ ਉਹ ਕਈ ਵਾਰੀ ਸਾਡੇ ਆਪਣੇ ਮਨ 'ਚ ਕਈ ਵਾਰ ਐਸਾ ਖਿਆਲ ਆ ਜਾਂਦਾ ਜਿਸ ਵੇਲੇ ਅਸੀਂ ਗੱਲਾਂ ਪੜ੍ਹਦੇ ਵੀ ਆਇਆ ਇਹ ਜਿਹੜੀ ਅਸੀਂ 5 ਕਕਾਰੀ ਵਰਦੀ ਧਾਰਨ ਕਰਦੇ ਹਾਂ, ਕਿਉਂਕਿ ਮੈਨੂੰ ਖਿਮਾ ਕਰਨਾ ਅੱਜ ਸਾਡਿਆਂ ਚੋਂ ਬਹੁ ਗਿਣਤੀ ਜਿਹੜੀ ਹੈ ਉਹ ਇਸ ਪੰਜ ਕਕਾਰਾਂ ਨੂੰ ਤਲਾਂਜਲੀ ਦੇ ਚੁੱਕੀ। ਜੇ ਅੱਜ ਦੀ ਤਰੀਕ ਵਿੱਚ ਤੁਸੀਂ ਸਰਵੇ ਕਰੋ ਤਾਂ ਤੁਸੀਂ ਦੇਖ ਲਓ ਵੀ ਕਿੰਨੇ ਪਰਸੈਂਟੇਜ ਸਾਡੇ ਚੋਂ ਜਿਹੜੇ ਨੇ ਉਹ ਮੈਂ ਸਿਰਫ ਸਿੱਖ ਸੰਗਤ ਦੀ ਗੱਲ ਕਰਾਂਗਾ ਉਹਨਾਂ ਚੋਂ ਅੰਮ੍ਰਿਤਧਾਰੀ ਨੇ, ਜਦ ਕਿ ਪ੍ਰਥਮ ਰਹਿਤ ਜਾਂ ਜਾਨ ਖੰਡੇ ਕੀ ਪਾਹੁਲ ਛਕੈ। ਸਿੱਖ ਧਰਮ ਵਿੱਚ ਦਾਖਲਾ ਹੀ ਖੰਡੇ ਕੀ ਪਾਹੁਲ ਨਾਲ, ਤੇ ਆਪਾਂ ਕਿੰਨੇ ਕੁ ਜੇ ਦਾਖਲ ਹੀ ਨਹੀਂ ਹੋਏ ਗਿਣਤੀ ਬੜੀ ਵੱਡੀ ਹੈ। ਔਰ ਇਸ ਕਰਕੇ ਇਹ ਸਵਾਲ ਆਉਣਾ ਵੀ ਲਾਜ਼ਮੀ ਹੈ। ਔਰ ਬਾਕੀ ਅਨੁਮਤੀ ਛੱਡ ਕੇ ਮੈਂ ਤਾਂ ਸਮਝਾਂਗਾ ਸਾਡੀ ਆਪਣੇ ਮਤ ਵਾਲੇ ਵੀ ਜਿਹੜੇ ਨੇ ਇਹੋ ਜਿਹੇ ਸਵਾਲ ਕਈ ਵਾਰ ਕਰ ਬੈਠਦੇ ਨੇ ਜਾਂ ਸੋਚ ਬੈਠਦੇ ਨੇ। ਮੈਂ ਬੇਨਤੀ ਕਰ ਰਿਹਾ ਵੀ ਹਰਜੀਤ ਸਿੰਘ ਜੀ ਇਹਨਾਂ ਨੇ ਅੱਗੇ ਵੀ ਸਿੱਖ ਰਹਿਤ ਮਰਿਆਦਾ ਦਾ ਟੌਪਿਕ ਬੜੇ ਵਿਸਥਾਰ ਸਹਿਤ ਸਾਡੇ ਨਾਲ ਸਾਂਝਾ ਕੀਤਾ, ਇਸ ਲਈ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਇਹਦਾ ਉੱਤਰ ਵੀ ਉਹ ਕਿਰਪਾ ਕਰਕੇ ਦੇਣ। ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਵਾਲ ਦਾ ਉੱਤਰ ਲੱਭਣ ਲਈ ਜਾਂ ਵਿਚਾਰਨ ਲਈ ਸਭ ਤੋਂ ਪਹਿਲਾਂ ਭੀਖ ਦੀ ਪਰਿਭਾਸ਼ਾ ਦਾ ਸਮਝਣਾ ਜ਼ਰੂਰੀ। ਭੀਖ ਕੀ ਹੁੰਦਾ ਹੈ? ਭੀਖ ਜੋ ਦਿਸਦਾ ਹੈ ਉਹ ਸਾਡੇ ਅੰਦਰ ਨਾ ਹੋਵੇ। ਭੀਖ ਦਾ ਮਤਲਬ ਕੀ ਹੈ? ਦਿਖਾਵਾ, ਬਾਹਰ ਦਾ ਭੀਖ, ਸਿਰਫ ਬਾਹਰ ਮੁਖੀ ਹੋਣਾ। ਗੁਰੂ ਕਾਲ ਨੇ, ਗੁਰੂ ਸਾਹਿਬਾਨ ਨੇ ਜਦੋਂ ਸਿੱਖ ਦੀ ਘਾਟ ਘੜੀ ਹੈ ਤਾਂ ਉਹਨੇ ਅੰਦਰ ਗੁਣਾਂ ਦਾ ਵਾਸਾ ਕੀਤਾ ਹੈ, ਉਹਨੂੰ ਬਾਹਰੀ ਭੀਖ ਤੱਕ ਸੀਮਿਤ ਨਹੀਂ ਰੱਖਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਨੇਊ ਦਾ ਵਿਰੋਧ ਨਹੀਂ ਸੀ ਕੀਤਾ, ਜਨੇਊ ਪਾਉਣ ਵਾਲੇ ਉਹਨਾਂ ਦਾ ਵਿਰੋਧ ਕੀਤਾ ਸੀ ਜਿਨ੍ਹਾਂ ਦੇ ਅੰਦਰ ਕੇਵਲ ਭੀਖ ਬਣ ਗਿਆ ਸੀ। ਇਹਦਾ ਮਤਲਬ ਜੀਵਨ ਦੀ ਘਾਟ ਜਾਂ ਉਹ ਗੁਣ ਧਾਰਨ ਨਹੀਂ ਸੀ ਕੀਤੇ ਜਿਹੜੇ ਗੁਣ ਧਾਰਨ ਕਰਨ ਲਈ ਉਹਨਾਂ ਦਾ ਜਨੇਊ ਉਹਨਾਂ ਨੂੰ ਆਖਦਾ ਸੀ। ਸਤਿਗੁਰੂ ਜੀ ਨੇ ਕਿਸੇ ਦੇ ਧਰਮ ਦੇ ਉੱਤੇ ਚੋਟ ਨਹੀਂ ਮਾਰੀ, ਸਿਧਾਂਤ ਦੀ ਗੱਲ ਕੀਤੀ ਹੈ ਵੀ ਅਗਰ ਤੁਸੀਂ ਇਹਨੂੰ ਪਹਿਨਦੇ ਹੋ, ਪਾਉਂਦੇ ਹੋ ਤੇ ਅੰਦਰ ਉਹ ਗੁਣ ਵੀ ਧਾਰਨ ਕਰੋ ਜਿਨ੍ਹਾਂ ਦੀ ਖਾਤਰ ਤੁਸੀਂ ਜਨੇਊ ਪਹਿਨਿਆ ਹੈ। ਜੇ ਪਹਿਨ ਕੇ ਵੀ ਤੁਸੀਂ ਊਚ ਨੀਚ ਦੇ ਵਿਤਕਰੇ ਅੰਦਰ, ਜਾਤ ਪਾਤ ਦੇ ਵਿਤਕਰੇ ਅੰਦਰ, ਬ੍ਰਾਹਮਣ ਤੇ ਸ਼ੂਦਰ ਦੇ ਵਿਤਕਰੇ ਅੰਦਰ ਵੰਡੇ ਰਹੇ ਤਾਂ ਫਿਰ ਇਹ ਭੀਖ ਬਣ ਜਾਏਗਾ। ਇਸ ਦਾ ਮਤਲਬ ਸਪਸ਼ਟ ਹੈ ਕਿ ਜਿਹੜੀ ਚੀਜ਼ ਬਾਹਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ, ਜਿਹਨੂੰ ਅਸੀਂ ਜੀਓ ਮੈਲੇ ਉਹਦੀ ਗੱਲ ਕਰਦੇ ਹਾਂ। ਪਰ ਗੁਰੂ ਜੀ ਨੇ ਜਿਹੜੀ ਸਿੱਖ ਦੀ ਘਾਟ ਘੜੀ ਉਹ ਇਹ ਨਹੀਂ ਘੜੀ। ਇਹ ਜੀਓ ਨਿਰਮਲ, ਬਾਹਰੋਂ ਨਿਰਮਲ ਦੀ ਘੜੀ, ਦੋਨਾਂ ਦੀ ਘੜੀ। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰੂ ਤੇ ਕਰਨੀ ਕਮਾਣੀ ਦੀ ਘਾਟ ਘੜੀ ਹੈ। ਗੁਰਬਾਣੀ ਨੇ ਸਾਡੀ ਜਿਹੜੀ ਘਾਟ ਘੜੀ ਹੈ, ਇਹ ਗੁਣਾਂ ਦਾ ਜਦੋਂ ਅੰਦਰ ਵਾਸਾ ਹੁੰਦਾ ਹੈ ਤੇ ਉਹਨੂੰ ਬਚਾਉਣ ਦੇ ਲਈ ਇੱਕ ਵਾੜ ਕੀਤੀ ਜਾਂਦੀ ਹੈ। ਗੁਣਾਂ ਦੇ ਜਿਹੜੇ ਅੰਦਰ ਗੁਣ ਹੁੰਦੇ ਨੇ ਕਿ ਇਹਨੂੰ ਬਾਹਰੀ ਨੁਕਸਾਨ ਜਾਂ ਹੋਰ ਕੌਮਾਂ ਵਿੱਚ ਇਹ ਜਜ਼ਬ ਨਾ ਹੋ ਜਾਣ, ਜਾਂ ਇੱਥੋਂ ਦੇ ਬਹੁ ਗਿਣਤੀ ਜਿਹੜੇ ਹਨ ਉਹ ਇਹਨਾਂ ਅੰਦਰਲੇ ਗੁਣਾਂ ਦੀ ਜਿਹੜੀ ਸਾਡੇ ਅੰਦਰ ਵਾੜ ਕੀ ਹੈ ਉਹਨੂੰ ਬਾਹਰ ਦੀ ਵਾੜ ਕਰਨੀ ਬੜੀ ਜ਼ਰੂਰੀ ਹੈ। ਤਾਂ ਜਿਹੜੇ 5 ਕਕਾਰ ਗੁਰੂ ਸਾਹਿਬ ਜੀ ਨੇ ਬਖਸ਼ੇ ਇਹ ਸਾਡੇ ਅੰਦਰਲੇ ਗੁਣਾਂ ਦਾ ਬਾਹਰੀ ਪ੍ਰਤੀਕ ਹੈ ਵੀ ਇਸ ਸਿੱਖ ਇਸ ਕਕਾਰ ਧਾਰਨ ਵਾਲੇ ਦੇ ਅੰਦਰ ਇਹ ਗੁਣ ਜਿਹੜੇ ਹਨ ਉਹ ਹਨ। ਇਹਨਾਂ ਕਕਾਰਾਂ ਨੇ ਜਿੱਥੇ ਸਾਨੂੰ ਨਿਆਰਾਪਨ ਬਖਸ਼ਿਆ ਉਹਦੇ ਨਿਆਰੇਪਨ ਦੀ ਰਾਖੀ ਲਈ ਪੰਥ ਨੂੰ, ਸਿੱਖ ਪੰਥ ਨੂੰ ਇੱਕ ਸੂਤਰਾਂ ਦੇ ਵਿੱਚ ਵੀ ਬੰਨ੍ਹ ਦਿੱਤਾ। ਏਕੇ ਦਾ ਸੂਤਰ ਹੈ ਸਾਡਾ, ਇੱਕ ਸਾਰਤਾ ਦੀ ਗੱਲ ਹੈ। ਇਹਨਾਂ ਕਕਾਰ ਧਾਰਨ ਕਰਨ ਵਾਲਿਆਂ ਦਾ ਇੱਕੋ ਪਿਤਾ, ਇੱਕੋ ਮਾਤਾ, ਇੱਕੋ ਜਨਮ ਸਥਾਨ। ਇਹਨਾਂ ਦਾ ਹਰ ਸਿੰਘ ਦੇ ਬੱਚੇ ਦੇ ਸਿੰਘ ਤੇ ਬੱਚੀ ਦੇ ਕੌਰ ਲਫ਼ਜ਼ ਲਾਉਣ ਦੀ ਗੱਲ ਕੀਤੀ। ਇਹਦੇ ਪਿੱਛੇ ਵੀ ਇਹੀ ਭਾਵਨਾ ਸੀ ਕਿ ਇਹਨਾਂ ਦੇ ਵਿੱਚ ਇਕਸਾਰਤਾ ਦੀ ਗੱਲ ਆਵੇ, ਇਹਨਾਂ ਦੇ ਅੰਦਰ ਤੇ ਬਾਹਰਲੇ ਗੁਣ ਪ੍ਰਗਟ ਹੋਣ। ਜਿੱਥੇ ਇੱਕੋ ਵਿਚਾਰਧਾਰਾ ਨੂੰ ਅਪਣਾਉਣ ਵਾਲਿਆਂ ਨੂੰ, ਜਿਨ੍ਹਾਂ ਨੇ ਇੱਕ ਵਿਚਾਰਧਾਰਾ ਨੂੰ ਗੁਰਮਤਿ ਦਾ ਆਪਣੇ ਜੀਵਨ ਵਿੱਚ ਆਧਾਰ ਬਣਾ ਲਿਆ ਸੀ, ਉਹਨਾਂ ਨੂੰ ਬਾਹਰੀ ਸਰੂਪ ਵੀ ਗੁਰੂ ਸਾਹਿਬ ਜੀ ਨੇ ਇੱਕੋ ਜਿਹਾ ਕਰ ਦਿੱਤਾ। ਇਹਦਾ ਮਤਲਬ ਇਹਨਾਂ ਦਾ ਬਾਹਰੀ ਪ੍ਰਗਟਾਵਾ ਕੀ ਸੀ, ਸਰੂਪ ਕਿਉਂ ਮਿਲਿਆ?
ਕਿ ਇਹਨਾਂ ਦੇ ਅੰਦਰ ਆ ਗੁਣ ਆ ਚੁੱਕੇ ਹਨ। ਇਹਨਾਂ ਦਾ ਜੀਵਨ ਇਸ ਤਰ੍ਹਾਂ ਘੜਿਆ ਗਿਆ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਜੀਵਨ ਘੜਿਆ ਸਾਡਾ। 5 ਕਕਾਰ ਬਖਸ਼ੇ, ਕਕਾਰ, ਕੇਸ, ਕੰਘਾ, ਕੜਾ, ਕਛਹਿਰਾ, ਕਿਰਪਾਨ। ਇਹ ਸਿੱਖਾਂ ਦੇ ਅੰਦਰੋਂ ਭਿੰਨ ਭੇਦ ਖਤਮ ਕਰਕੇ ਆਪਸੀ ਪਿਆਰ ਇਹਨਾਂ ਦੇ ਪੈਦਾ ਕਰਦੇ ਹਨ। ਇਹ ਊਚ ਨੀਚ ਦੇ ਭੇਦ ਤੋਂ ਉੱਪਰ ਉੱਠ ਕੇ ਇਹ ਇੱਕ ਐਸਾ ਸਾਡੇ ਅੰਦਰ ਆਪਸੀ ਭਰਾਤਰੀ ਭਾਵ, ਜਿਹਨੂੰ ਅਸੀਂ ਲਫ਼ਜ਼ ਵਰਤਦੇ ਹਾਂ, ਭਰਾਤਰੀ ਪੈਦਾ ਕਰਦੇ ਹਨ। ਔਰ ਦੂਜਿਆਂ ਤੋਂ ਜਿਹੜੇ ਇਸ ਮਾਰਗ ਤੇ ਨਹੀਂ ਚੱਲੇ, ਉਹਨਾਂ ਨਾਲੋਂ ਸਾਨੂੰ ਅਲੱਗ ਵੀ ਇੱਕ ਦਿੱਖ ਸਾਡੀ ਪ੍ਰਗਟ ਕਰਦੇ ਹਨ ਵੀ ਇਹ ਗੁਰੂ ਦੇ ਹੋ ਗਏ ਹਨ, ਗੁਰੂ ਵਾਲੇ ਬਣ ਗਏ ਹਨ, ਇਹ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਪੰਥੀ ਹਨ। ਇਹ ਕਕਾਰ ਭੇਖ ਉਦੋਂ ਬਣਦੇ ਨੇ ਜਦੋਂ ਸਾਡਾ ਬਾਹਰੀ ਕੇਵਲ ਦਿਖਾਵਾ ਰਹਿ ਜਾਂਦਾ ਤੇ ਅਸੀਂ ਇਹ ਕਕਾਰਾਂ ਵਿੱਚ ਬਖਸ਼ੀ ਹੋਈ ਜੀਵਨ ਜਾਚ ਧਾਰਨ ਨਹੀਂ ਕਰਦੇ। ਉਦੋਂ ਇਹ ਵੀ ਭੇਖ ਬਣ ਜਾਂਦੇ ਹਨ। ਸਾਡਾ ਕਿਰਦਾਰ ਉੱਚਾ ਹੋਣਾ, ਸਾਡੀ ਦੂਜੇ ਦੇ ਦੁੱਖ ਨਾਲ ਦੁੱਖ ਸਾਂਝਾ ਕਰਨਾ, ਸੁੱਖ ਨਾਲ ਸੁੱਖ ਸਾਂਝਾ ਕਰਨਾ, ਸਾਡੇ ਜੀਵਨ ਦੇ ਵਿੱਚ ਹਰ ਉਹ ਗੁਣ ਜਿਹੜਾ ਗੁਰਬਾਣੀ ਨੇ ਦੱਸਿਆ ਉਹ ਆਉਣਾ, ਇਹ ਜ਼ਰੂਰੀ ਗੱਲ ਹੈ। ਕੇਵਲ ਬਾਹਰ ਦੀ ਗੱਲ ਅਸੀਂ ਉਦੋਂ ਬਣਦੀ ਹੈ ਜਦੋਂ ਅਸੀਂ ਜੀਉ ਮੈਲੇ ਬਾਹਰੋਂ ਨਿਰਮਲ ਹੋ ਜਾਂਦੇ ਹਾਂ, ਉਦੋਂ ਇਹ ਭੇਖ ਕਿਹਾ ਜਾਂਦਾ ਹੈ। ਤਾਂ ਭੇਖ ਦੀ ਪਰਿਭਾਸ਼ਾ ਸਮਝਣੀ ਬੜੀ ਜ਼ਰੂਰੀ ਹੈ ਵੀ ਭੇਖ ਕਹਿੰਦੇ ਕਿਹਨੂੰ ਨੇ। ਕਕਾਰ ਪਾ ਲੈਣੇ ਭੇਖ ਨਹੀਂ ਹੈ। ਕਕਾਰ ਪਾ ਕੇ ਜੀਵਨ ਨਾ ਕਮਾਉਣਾ ਭੇਖ ਹੈ। ਇਕੱਲੇ ਕਕਾਰ ਪਾ ਲੈਣੇ ਭੇਖ ਨਹੀਂ ਹੈ, ਇਹ ਤਾਂ ਦਾਖਲਾ ਹੈ ਸਿੱਖੀ ਦੇ ਵਿੱਚ। ਉਸ ਤੋਂ ਬਾਅਦ ਜੀਵਨ ਨੂੰ ਕਮਾਇਆ ਜਾਂਦਾ ਹੈ। ਜੇ ਅਸੀਂ ਇਤਿਹਾਸ ਨੂੰ ਦੇਖਦੇ ਹਾਂ, ਲਿਖਤਾਂ ਲਿਖਦੇ ਹਾਂ, ਤਾਂ ਬੜੇ ਪਿਆਰੀਆਂ ਚੀਜ਼ਾਂ ਸਾਨੂੰ ਲਿਖਤਾਂ ਵਿੱਚ ਮਿਲਦੀਆਂ ਨੇ। ਮਾਸਟਰ ਤਾਰਾ ਸਿੰਘ ਜੀ ਬਾਰ-ਬਾਰ ਇੱਕ ਲਫ਼ਜ਼ ਜਿਹੜੇ ਦੁਹਰਾਉਂਦੇ ਹੁੰਦੇ ਸਨ ਕਿ ਕਕਾਰ ਗੁਰੂ ਤੇ ਸਿੱਖ ਦੇ ਪਿਆਰ ਦੀ ਨਿਸ਼ਾਨੀ ਹਨ। ਇਹਨਾਂ ਕਕਾਰਾਂ ਸਦਕਾ ਮੈਨੂੰ ਆਪਣਾ ਗੁਰੂ ਯਾਦ ਆਉਂਦਾ ਹੈ। ਇਹ ਕਕਾਰ ਮੈਨੂੰ ਗੁਰੂ ਨਾਲ ਜੋੜਦੇ ਹਨ। ਸਿੱਖ ਧਰਮ ਪਰ ਦ੍ਰਿੜਤਾ ਦੀ, ਪਰਪੱਕਤਾ ਦੀ ਕਸੌਟੀ ਹਨ ਇਹ ਕਕਾਰ। ਇਹ ਭੇਖ ਨਹੀਂ ਹਨ। ਸਾਡੇ ਅੰਦਰ ਜਦੋਂ ਗੁਣ ਆ ਜਾਂਦੇ ਨੇ, ਫਿਰ ਸਾਨੂੰ ਦੱਸਦਾ ਹੈ ਵੀ ਸਿੱਖ ਦੀ ਧਰਮ ਉੱਤੇ ਪਰਪੱਕਤਾ ਤੇ ਦ੍ਰਿੜਤਾ ਦੀ ਕਸੌਟੀ ਹਨ। ਇਸ ਗੱਲ ਦਾ ਸੰਕੇਤ ਵੀ ਦਿੰਦੇ ਆ, ਇਹ ਪਹਿਰਾਵਾ ਇਸ ਗੱਲ ਦਾ ਸੰਕੇਤ ਵੀ ਦਿੰਦਾ ਹੈ ਕਿ ਕਕਾਰ ਧਾਰਨ ਕਰਨ ਵਾਲੇ ਦਾ ਆਚਰਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਹ ਕਕਾਰ ਹੀ ਸਨ, ਇਹ ਬਾਹਰੀ ਭੇਖ ਹੀ ਸੀ, ਜਿਹਨੂੰ ਅਸੀਂ ਬਾਹਰੀ ਪਹਿਰਾਵਾ ਹੀ ਸੀ, ਜਿਨ੍ਹਾਂ ਨੇ ਸਾਨੂੰ ਉਦੋਂ ਵੀ ਖਤਮ ਨਹੀਂ ਹੋਣ ਦਿੱਤਾ ਜਦੋਂ ਅਸੀਂ ਕਾਨੂੰਨ ਦੇ ਖਿਲਾਫ ਕਰਾਰ ਦੇ ਦਿੱਤੇ ਗਏ, ਜਦੋਂ ਸਾਡੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ, ਜਦੋਂ ਸਾਡੇ ਸਿਰਾਂ ਦੇ ਮੁੱਲ ਰੱਖ ਕੇ ਉਹਨਾਂ ਨੂੰ ਬਾਜ਼ਾਰਾਂ ਵਿੱਚ ਹਾਕਮਾਂ ਦੇ ਅੱਗੇ ਲਿਆ ਕੇ ਪੇਸ਼ ਕੀਤਾ ਜਾਂਦਾ ਰਿਹਾ। ਤੇ ਇਹਨਾਂ ਕਕਾਰਾਂ ਨੂੰ ਇਸ ਬਾਹਰੀ ਪਹਿਰਾਵੇ ਦੀ ਰਾਖੀ ਲਈ, ਜੇ ਉਹਨਾਂ ਬੰਦ ਕਟਾਏ ਦੀ ਗੱਲ ਅਸੀਂ ਕਰਦੇ ਹਾਂ, ਚਰਖੜੀਆਂ ਦੇ ਚੜ੍ਹੇ ਦੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਦੇ ਅੰਦਰ ਤੇ ਬਾਹਰ ਦੇ ਅੰਦਰ ਘੜਿਆ ਜਾ ਚੁੱਕਾ ਸੀ। ਤਾਂ ਇਹ ਕਕਾਰਾਂ ਨੇ ਸਾਡੀ ਹੋਂਦ ਨੂੰ ਉਦੋਂ ਵੀ ਬਚਾ ਕੇ ਰੱਖਿਆ ਜਦੋਂ ਅਸੀਂ ਕਾਨੂੰਨ ਦੇ ਖਿਲਾਫ ਕਰਾਰ ਦਿੱਤੇ ਗਏ। ਅਸਲ 'ਚ ਇਹ ਕਕਾਰ, ਇੰਦੂ ਭੂਸ਼ਣ ਬੈਨਰਜੀ ਇੱਕ ਗੱਲ ਲਿਖਦਾ ਹੈ ਕਿ ਇਹ ਕਕਾਰ ਗੁਰੂ ਨਾਨਕ ਵਿਚਾਰਧਾਰਾ ਨੂੰ ਮਿਲਗੋਭਾ ਹੋਣ ਤੋਂ ਬਚਾਈ ਰੱਖਣ ਲਈ ਲਾਜ਼ਮੀ ਹਨ। ਦੇਖੋ ਕਿਆ ਕਮਾਲ ਦੀ ਗੱਲ, ਦੂਜਿਆਂ ਨੂੰ ਸਮਝ ਆ ਗਈ, ਸਾਨੂੰ ਸਮਝ ਨਹੀਂ ਆਈ ਵੀ ਕਕਾਰ ਗੁਰੂ ਨਾਨਕ ਵਿਚਾਰਧਾਰਾ ਨੂੰ ਮਿਲਗੋਭਾ ਹੋਣ ਤੋਂ ਬਚਾਈ ਰੱਖਣ ਲਈ ਲਾਜ਼ਮੀ ਹਨ। ਫਿਰ ਇਹ ਭੇਖ ਕਿਵੇਂ ਹੋਇਆ? ਇਹ ਤਾਂ ਸਾਡੀ ਵਿਚਾਰਧਾਰਾ ਦਾ ਪ੍ਰਗਟਾਵਾ ਹਨ। ਕਕਾਰ ਅੱਗੇ ਜਾ ਕੇ ਉਸਨੇ ਹੋਰ ਫਿਰ ਲਿਖਿਆ, ਅੱਗੇ ਜਾ ਕੇ ਉਹ ਲਿਖਦਾ ਹੈ, ਗੁਰੂ ਨਾਨਕ ਸਾਹਿਬ ਦੀ ਦਿੱਤੀ ਨੈਤਿਕ ਸ਼ਕਤੀ ਨੂੰ ਜਿੰਦਾ ਰੱਖਣ ਲਈ ਇਹ ਜ਼ਰੂਰੀ ਸੀ ਕਿ ਜਿਨ੍ਹਾਂ ਉਪਦੇਸ਼ਾਂ, ਫਿਲਾਸਫੀ ਨੂੰ ਉਹਨਾਂ ਨੇ ਹਮੇਸ਼ਾ ਜੀਵਨ ਵਿੱਚ ਅਪਣਾਇਆ ਔਰ ਆਪਣੇ ਸਿੱਖਾਂ ਨੂੰ ਦਿੱਤਾ, ਉਹਨੂੰ ਹਮੇਸ਼ਾ ਲਈ ਕਾਇਮ ਰੱਖਿਆ ਜਾਵੇ। ਅਤੇ ਇਹ ਗੱਲ ਪੱਕੀ ਕਰ ਦਿੱਤੀ ਕਿ ਉਹਨਾਂ ਫਿਲਾਸਫੀ ਨੂੰ ਧਾਰਨ ਕਰਨ ਵਾਲੇ, ਅਪਣਾਉਣ ਵਾਲੇ ਦੀ ਬਾਹਰਲਾ ਸਰੂਪ ਵੀ ਇੱਕੋ ਜਿਹਾ ਹੋ ਜਾਏ। ਇਹ ਇੰਦੂ ਭੂਸ਼ਣ ਬੈਨਰਜੀ ਨੇ ਇਹ ਗੱਲ ਲਿਖੀ ਹੈ। ਇੱਕ ਅੰਗਰੇਜ਼ ਰਾਈਟਰ ਹੋਈ ਬੀਬੀ ਜੈਨੀ ਕੁਲਰ, ਜਿਹਨੂੰ ਅਸੀਂ ਮਿਸ ਜੈਨੀ ਕੁਲਰ ਦੇ ਨਾਂ ਨਾਲ ਕਹਿੰਦੇ ਹਾਂ, ਉਹਨੇ ਵੀ ਇਹਨਾਂ ਦੇ ਬਾਰੇ ਗੱਲ ਲਿਖੀ। ਕਹਿੰਦੇ, ਸਿੱਖ ਵੀਰੋ, ਜਰਾ ਆਪਣੇ ਕਕਾਰ ਤਿਆਗ ਕੇ ਤਾਂ ਦੇਖੋ, ਖਾਲਸਾ ਪੰਥ ਦਾ ਅੰਤ ਤੁਹਾਨੂੰ ਸਾਹਮਣੇ ਨਜ਼ਰ ਆਏਗਾ। ਜੇ ਤੁਸੀਂ ਦਸਤਾਰ ਉਤਾਰ ਦਿਓ, ਕੇਸ ਦਾੜੀ ਕਤਲ ਕਰਾ ਦਿਓ, ਕੜਾ ਲਾ ਦਿਓ, ਤਾਂ ਮੈਂ ਦਿਆਨਤਦਾਰਾਂ ਨਾਲ ਇਹ ਗੱਲ ਕਹਿ ਸਕਦੀ ਹਾਂ, ਇਸ ਸਭ ਦਾ ਨਤੀਜਾ ਬੜਾ ਮੁਸੀਬਤ ਭਰਿਆ ਤੇ ਮੰਦਭਾਗਾ ਹੋਵੇਗਾ। ਇਹਨਾਂ 5 ਕਕਾਰਾਂ ਨੇ ਸਿੱਖਾਂ ਨੂੰ ਇੱਕ ਭਾਈਚਾਰੇ ਵਿੱਚ ਸੰਗਠਿਤ ਕੀਤਾ ਹੋਇਆ ਹੈ, ਕਿਉਂਕਿ ਇਹ ਧਾਰਮਿਕ ਚਿੰਨ੍ਹ ਸਿੱਖੀ ਮਹਿਸੂਸ ਕਰਨ ਅਤੇ ਸਿੱਖੀ ਮਾਰਗ ਤੇ ਚੱਲਣ ਦੇ ਸਮਰੱਥ ਬਣਾਉਂਦੇ ਹਨ।
ਇਹ ਸਿੱਖਾਂ ਨੂੰ ਉਹ ਹਿੰਮਤ ਭਰੇ ਕਾਰਨਾਮੇ ਕਰਨ ਦੇ ਸਮਰੱਥ ਬਣਾਉਂਦੇ ਹਨ ਜੋ ਦੂਜੇ ਗੈਰ ਸਿੱਖ ਲੋਕ ਨਹੀਂ ਕਰ ਸਕੇ। ਮੁੱਖ ਦੀ ਗੱਲ ਇਹ ਹੈ ਕਿ ਪੰਜੇ ਕਕਾਰ ਸਿੱਖ ਉੱਤੇ ਇੱਕ ਮਨੋਵਿਗਿਆਨਕ ਅਸਰ ਪਾਉਂਦੇ ਹਨ ਤੇ ਇਹ ਧਾਰਮਿਕ ਚਿੰਨ੍ਹ ਕਕਾਰ ਅਨੰਤ ਕਾਲ ਤੱਕ ਰਹਿਣ ਵਾਲੇ ਗੁਰੂ ਨੂੰ ਪ੍ਰਕਾਸ਼ਮਾਨ ਕਰਦੇ ਰਹਿੰਦੇ ਹਨ। ਇਸ ਤੋਂ ਵੱਧ ਸਪਸ਼ਟਤਾ ਕੀ ਹੋ ਸਕਦੀ ਹੈ, ਜਿਹਦੇ ਵਿੱਚੋਂ ਇੰਨੇ ਗੁਣ ਨਜ਼ਰ ਆਉਂਦੇ ਹੋਣ, ਜਿਹਦੇ ਵਿੱਚੋਂ ਇੰਨੀਆਂ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਹੋਣ, ਜਿਹਦੇ ਵਿੱਚੋਂ ਸਾਨੂੰ ਆਪਣਾ ਇਤਿਹਾਸ ਯਾਦ ਆਉਂਦਾ ਹੋਵੇ, ਜਿਸ ਵਿੱਚੋਂ ਸਾਨੂੰ ਆਪਣਾ ਉਜਲ ਭਵਿੱਖ ਨਜ਼ਰ ਆਉਂਦਾ ਹੋਵੇ, ਜਿਹਦੇ ਵਿੱਚੋਂ ਸਾਡਾ ਉੱਚਾ ਜੀਵਨ ਘੜਿਆ ਗਿਆ ਹੋਵੇ, ਜਿਹਦੇ ਵਿੱਚ ਸਾਨੂੰ ਉੱਚੇ ਕਿਰਦਾਰ ਦੀ ਗੱਲ ਕੀਤੀ ਗਈ ਹੋਵੇ, ਜਿਹਦੇ ਵਿੱਚ ਸਾਨੂੰ ਭਰਮਾਂ ਵਹਿਮਾਂ ਪਖੰਡਾਂ ਤੋਂ ਉੱਤੇ ਰਹਿਣ ਦੀ ਗੱਲ ਕੀਤੀ ਗਈ ਹੋਵੇ, ਜਿਹੜੇ ਕਕਾਰ ਸਾਨੂੰ ਗੁਰੂ ਦੇ ਹੁਕਮ ਵਿੱਚ ਚੱਲਣ ਦੀ ਗੱਲ ਸਿਖਾਉਂਦੇ ਹੋਣ, ਜਿਹੜੇ ਕਕਾਰ ਸਾਨੂੰ ਆਪਣੇ ਜੀਵਨ ਨੂੰ ਉਸ ਗੁਰੂ ਦੀ ਸਿੱਖਿਆ ਮੁਤਾਬਕ ਢਾਲਣ ਦੀ ਗੱਲ ਸਿਖਾਉਂਦੇ ਹੋਣ, ਫਿਰ ਉਹ ਭੇਖ ਨਹੀਂ ਬਣ ਸਕਦੇ। ਭੇਖ ਉਦੋਂ ਬਣਦੇ ਨੇ ਜਦੋਂ ਅਸੀਂ ਕੇਵਲ ਬਾਹਰ ਤੱਕ ਸੀਮਿਤ ਰਹਿ ਜਾਂਦੇ ਹਾਂ ਔਰ ਗੁਰੂ ਉਪਦੇਸ਼ ਨੂੰ ਅਸੀਂ ਨਹੀਂ ਕਮਾਉਂਦੇ। ਲੋੜ ਇਸ ਗੱਲ ਦੀ ਹੈ ਕਿ ਅਸੀਂ ਇਹ ਕਿੰਤੂ ਪਰੰਤੂ ਨਾ ਕਰੀਏ ਵੀ ਇਹ ਬਾਹਰੀ ਦਿਖਾਵਾ ਤੇ ਬਾਹਰੀ ਭੇਖ ਹੈ, ਸਗੋਂ ਇਹਨੂੰ ਧਾਰਨ ਕਰਕੇ ਆਪਣਾ ਉੱਚਾ ਸੁੱਚਾ ਜੀਵਨ ਬਣਾਈਏ ਤੇ ਸੰਸਾਰ ਵਿੱਚ ਇੱਕ ਰੋਲ ਮਾਡਲ ਕਰਕੇ ਅਸੀਂ ਸੰਸਾਰ ਨੂੰ ਦਿਖਾਈਏ, ਤਦ ਕਿ ਸੰਸਾਰ ਦੇ ਲੋਕ ਉਸ ਕਾਜ਼ੀ ਨੂਰ ਮੁਹੰਮਦ ਵਾਂਗੂ ਇਹ ਗੱਲ ਕਹਿਣ ਤੇ ਮਜਬੂਰ ਹੋਣ ਕਿ ਇਹ ਸੱਗ ਕਿਸੇ ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਦੇ ਤੇ ਨਾ ਹੀ ਰਣ ਵਿੱਚੋਂ ਭੱਜੇ ਜਾਂਦੇ ਦਾ ਰਾਹ ਰੋਕਦੇ ਹਨ। ਔਰਤ ਭਾਵੇਂ ਕਿੰਨੀ ਸੁੰਦਰ ਹੋਵੇ, ਰਾਣੀ ਹੋਵੇ, ਦਾਸੀ ਹੋਵੇ, ਉਹਦੇ ਗਹਿਣੇ ਗੱਟੇ ਨੂੰ ਕਦੀ ਹੱਥ ਤੱਕ ਨਹੀਂ ਲਾਉਂਦੇ। ਇਹਨਾਂ ਕੁੱਤਿਆਂ ਵਿੱਚੋਂ ਕੋਈ ਜ਼ਬਰ ਜਨਾਹ ਨਹੀਂ ਕਰਦਾ, ਕੋਈ ਵਿਸ਼ੇ ਵਿਕਾਰ ਗ੍ਰਸਤ ਨਹੀਂ ਹੁੰਦਾ। ਇਹ ਔਰਤ ਭਾਵੇਂ ਜਵਾਨ ਹੋਵੇ ਜਾਂ ਬੁੱਢੜੀ, ਉਹਨੂੰ ਬੁੱਢੀ ਕਹਿ ਕੇ ਆਖਦੇ ਹਨ। ਇਹ ਜੀਵਨ ਸੀ ਜਿਹੜਾ ਸਾਡਾ ਉਸ ਕਕਾਰਾਂ ਨੇ ਘੜਿਆ ਸੀ। ਫਿਰ ਅਖੀਰ ਤੇ ਜਾ ਕੇ ਲਿਖਦਾ ਹੈ, ਇਹਨਾਂ ਸੱਗਾਂ ਨੂੰ, ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ, ਸੱਚ ਪੁੱਛੋ ਤਾਂ ਸ਼ੇਰ ਹਨ। ਜਦ ਰਨ ਵਿੱਚ ਖੰਡਾ ਚੱਲਦਾ ਹੈ ਤੇ ਸ਼ੇਰਾਂ ਦੀ ਦਲੇਰੀ ਨਾਲ ਖੰਡਾ ਖੜਕਾਉਂਦੇ ਹਨ। ਤਾਂ ਲੋੜ ਹੈ ਇਸ ਜੀਵਨ ਨੂੰ ਦੁਬਾਰਾ ਆਪਣੇ ਜੀਵਨ 'ਚ ਢਾਲਣ ਦੀ, ਇਹਨਾਂ ਗੁਣਾਂ ਨੂੰ ਆਪਣੇ ਅੰਦਰ ਲਿਆਉਣ ਦੀ, ਤਾਂ ਕਿ ਲੋਕ ਸਾਡੇ ਉੱਤੇ ਉਂਗਲ ਨਾ ਚੁੱਕ ਸਕਣ ਵੀ ਆ ਦੇਖਿਆ ਹੋਇਆ ਅਸੀਂ ਕਕਾਰ ਪਾਉਣ ਵਾਲੇ, ਦੇਖੇ ਹੋਏ ਹਨ ਅਸੀਂ ਅੰਮ੍ਰਿਤਧਾਰੀ। ਇਹ ਗੱਲਾਂ ਉਦੋਂ ਉੱਠਦੀਆਂ ਹਨ ਜਦੋਂ ਸਾਡਾ ਅੰਦਰਲਾ ਜੀਵਨ ਉਹਨਾਂ ਕਕਾਰਾਂ ਦੇ ਦੱਸੀ ਮਰਿਆਦਾ ਮੁਤਾਬਕ ਨਹੀਂ ਬਣਦਾ। ਫਿਰ ਇਹ ਭੇਖ ਤਾਂ ਬਣ ਜਾਂਦਾ ਹੈ। ਅਦਰਵਾਈਜ਼ ਇਹ ਕਕਾਰ ਸਾਡੇ ਗੁਰੂ ਦਾ ਹੁਕਮ ਔਰ ਉਸ ਦੇ ਹੁਕਮ ਨੂੰ ਬੰਦਾ ਬਣ ਕੇ ਆਪਣੇ ਜੀਵਨ ਨੂੰ ਘੜਨ ਦੀ ਸਾਡੀ ਪ੍ਰਤੱਖ ਨਿਸ਼ਾਨੀ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਕਾਰ ਭੇਖ ਨਹੀਂ, ਕਕਾਰ ਪਾ ਕੇ ਜੀਵਨ ਨਾ ਹੋਣਾ ਭੇਖ। ਬੜੀ ਬਖੂਬੀ ਗੱਲ ਕਹੀ ਹੈ। ਤੋ ਸਾਧ ਸੰਗਤ ਜੀ, ਇਹ ਸਵਾਲ ਤਾਂ ਛੋਟਾ ਜਿਹਾ ਸੀਗਾ, ਪਰੰਤੂ ਇਹਦਾ ਇੱਕ ਬੜਾ ਡੂੰਘਾ ਭਾਵ ਜਿਹੜਾ ਉਹ ਸਾਨੂੰ ਇਸ ਉੱਤਰ ਚੋਂ ਮਿਲਿਆ। ਤੋ ਮੈਂ ਤੇ ਅਸੀਂ ਫਾਈਨਲ ਗੱਲ ਇਹੀ ਹੈ ਕਿ ਜਿਹੜਾ ਆਪਣੇ ਆਪ ਨੂੰ ਸਿੱਖ ਖਵਾਉਂਦਾ, ਸਿੱਖ ਦੇ ਜੀਵਨ ਵਿੱਚ ਭੇਖ ਹੋ ਹੀ ਨਹੀਂ ਸਕਦਾ, ਕਿਉਂਕਿ ਸਿੱਖ ਨਾ ਹੀ ਇੱਕ ਸਿੱਖੇ ਦਾ ਭਾਵ ਜਿਹਨੇ ਸਿੱਖਿਆ ਲਈ ਹੈ ਔਰ ਜਿਹੜਾ ਅਸਲੀਅਤ ਤੇ ਚੱਲਦਾ। ਔਰ ਇਹ ਜਿਹੜਾ ਵਿਖਾਵਾ ਹੈ, ਤਾਂ ਜਿਹੜਾ ਮਨੁੱਖ ਵਿਖਾਵਾ ਕਰਦਾ ਅਸਲ ਵਿੱਚ ਉਹਦੇ ਆਪਣੇ ਲਈ ਬਹੁਤ ਘਾਟੇਵੰਦ ਸੋਚਦਾ, ਕਿਉਂਕਿ ਵਿਖਾਵਾ ਜਿਸ ਵੇਲੇ ਉਗੜ ਗਿਆ, ਜੈਸੇ ਖੋਟਾ ਢਬੂਆ ਨਜ਼ਰ ਸਰਾਫਾ ਆਇਆ, ਇੱਕ ਦਿਨ ਪਰਦਾਫਾਸ਼ ਤੇ ਹਰ ਚੀਜ਼ ਦਾ ਹੁੰਦਾ ਹੀ ਹੁੰਦਾ। ਤੇ ਜਿਸ ਵੇਲੇ ਵਿਖਾਵੇ ਦਾ ਪਰਦਾਫਾਸ਼ ਹੁੰਦਾ ਹੈ, ਉਸ ਮਨੁੱਖ ਦੀ ਸਮਾਜ ਵਿੱਚ ਬਹੁਤ ਜ਼ਿਆਦਾ ਬਦਨਾਮੀ ਹੁੰਦੀ ਹੈ, ਅਸੀਂ ਸਮਝੀਏ ਜਾਂ ਨਾ ਸਮਝੀਏ। ਔਰ ਇਹ 33 ਸਵਈਆਂ 'ਚ ਵੀ ਗੱਲ ਕਹੀਏ ਕਿ ਕਾਹੇ ਕੋ ਭੇਖ ਕਰੇ ਮਨ ਮੂਰਖ, ਕਾਹੇ ਕੋ ਭੇਖ ਕਰੇ ਮਨ ਮੂਰਖ, ਭੇਖ ਕਰੇ ਆਪਣੀ ਪਤ ਖੈ। ਤੋ ਇਸ ਕਰਕੇ ਇਹ ਜਿਹੜਾ ਭੇਖ ਕਰਨਾ, ਇਹ ਕਿਸੇ ਨੂੰ ਧੋਖਾ ਨਹੀਂ ਦੇਣਾ, ਆਪਣੇ ਆਪ ਨੂੰ ਧੋਖਾ ਦੇਣਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਕਕਾਰਾਂ ਤੇ ਮਾਣ ਹੋਣਾ ਚਾਹੀਦਾ। ਜਿਵੇਂ ਸਾਡੇ ਕਈ ਬੱਚੇ ਲਿਖਦੇ ਨੇ ਆਪਣੇ ਆਪ ਨੂੰ ਵੀ ਪ੍ਰਾਊਡ ਟੂ ਬੀ ਅ ਸਿੱਖ, ਬੜੀ ਚੰਗੀ ਗੱਲ ਹੈ। ਤੇ ਸਿੱਖ ਦੀ ਪਹਿਚਾਣ ਜਿਹੜੀ ਹੈ, ਜਿਵੇਂ ਹੁਣ ਆਪ ਜੀ ਨੇ ਉੱਤਰ ਸੁਣਿਆ ਵੀਰ ਜੀ ਪਾਸੋਂ, ਇਹ ਜਿਹੜੇ ਕਕਾਰ ਨੇ ਸਾਡੀ ਪਹਿਚਾਣ, ਆਓ ਆਪਣੀ ਪਹਿਚਾਣ ਨੂੰ ਕਾਇਮ ਰੱਖੀਏ ਔਰ ਇਸ ਪਹਿਚਾਣ ਪਿੱਛੇ ਜਿਹੜੇ ਫਰਜ਼ ਨੇ ਉਹ ਸਾਨੂੰ ਇੱਕ ਬਹੁਤ ਵਧੀਆ ਇਨਸਾਨ ਔਰ ਸਮਾਜ ਵਿੱਚ ਦੇਖੋ, ਭਾਵੇਂ ਸਾਡੀ ਗਿਣਤੀ ਹਮੇਸ਼ਾ ਥੋੜੀ ਰਹੀ, ਕਦੀ ਵੱਧ ਹੋਈ ਨਹੀਂ, ਪਰੰਤੂ ਥੋੜੀ ਗਿਣਤੀ ਹੋਣ ਦੇ ਬਾਵਜੂਦ ਅੱਜ ਦੀ ਤਰੀਕ 'ਚ ਅਗਰ ਲੈ ਲਈਏ ਤੇ ਸਾਰੇ ਸੰਸਾਰ ਵਿੱਚ ਸਿੱਖ ਦੀ ਰੈਕੋਗਨੀਸ਼ਨ ਵੱਖਰੀ ਹੈ। ਤੇ ਇਸ ਵੱਖਰੀ ਪਹਿਚਾਣ ਨੂੰ ਬਣਾਈ ਰੱਖੀਏ। ਜਿੱਥੇ ਸਾਡੇ ਲਈ ਫਾਇਦੇਮੰਦ ਹੈ, ਉੱਥੇ ਸਾਡਾ ਫਰਜ਼ ਵੀ ਬਣਦਾ ਹੈ। ਅਸੀਂ ਗੁਰੂ ਦੇ ਦੇਣਦਾਰ ਹਾਂ, ਜਿਨ੍ਹਾਂ ਨੇ 230 ਸਾਲ ਦੀ ਮਿਹਨਤ ਕਰਕੇ ਇਹ ਕਕਾਰ ਐਵੇਂ ਨਹੀਂ ਮਿਲੇ। ਇਹ ਕੋਈ ਓਵਰਨਾਈਟ ਕਿਸੇ ਦਾ ਡ੍ਰੀਮ ਸੁਪਨਾ ਨਹੀਂ ਸੀਗਾ। 230 ਸਾਲ ਦੀ ਮਿਹਨਤ ਪਿੱਛੋਂ ਇਹ ਹਾਲਤ ਘੜੀ ਗਈ। ਇਹ ਕਕਾਰ ਜਿਹੜੇ ਨੇ ਸਾਨੂੰ ਦਿੱਤੇ ਗਏ। ਆਓ ਅਸੀਂ ਗੁਰੂ ਸਾਹਿਬ ਦੇ ਰਿਣੀ ਰਹੀਏ, ਕਕਾਰ ਧਾਰਨ ਵੀ ਕਰੀਏ ਔਰ ਕਕਾਰਾਂ ਦੇ ਧਾਰਨ ਕਰਨ ਦੀ ਜਿਹੜੀ ਅਸਲੀਅਤ ਆਪਾਂ ਹੁਣੇ ਸੁਣੀ ਹੈ,
ਉਹ ਸਾਡੇ ਮਨ ਚ ਆਉਣੀ ਅਵਸ਼ ਹੈ। ਜੇ ਕਿਤੇ ਕਮੀ ਹੈ, ਆਓ ਆਪਾਂ ਉਹਨਾਂ ਨੂੰ ਦੂਰ ਕਰ ਸਕਦੇ ਹਾਂ।